ਦੀਆਂ ਕੱਲ੍ਹ ਰਹਿੰਦੀਆਂ ਸੀ ਉਹ ਲਵਾਂਗੇ। ਸਤਿਗੁਰਾਂ ਤੋਂ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਗੁਰੂ ਮਹਾਰਾਜ ਕਹਿੰਦੇ ਨੇ ਕਰਨ ਕਰਾਵਣ ਸਰਬ ਕੋ ਨਾਥ। ਵੀ ਜਿਵੇਂ ਆਪਾਂ ਕੱਲ੍ਹ ਪੰਕਤੀਆਂ ਜਿੱਥੇ ਸਮਾਪਤ ਕੀਤੀਆਂ ਸੀ, ਗੁਰੂ ਮਹਾਰਾਜ ਕਹਿੰਦੇ ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਮਹਾਰਾਜ ਕਹਿੰਦੇ ਕਿਸੇ ਵੀ ਜੀਵ ਦੇ, ਕਿਸੇ ਵੀ ਮਨੁੱਖ ਦੇ ਹੱਥ ਵਿੱਚ, ਆਪਣੇ ਹੱਥ ਵਿੱਚ ਕੋਈ ਤਾਕਤ ਨਹੀਂ ਹੈ। ਜਿਵੇਂ ਕਿ ਆਪਾਂ ਸਮਝਿਆ ਸੀ ਵੀ ਉਸ ਤਰ੍ਹਾਂ ਤਾਂ ਪ੍ਰਭੂ ਪਰਮਾਤਮਾ ਨੇ ਸਾਨੂੰ ਹੱਥ ਪੈਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ ਦੇਖਣ ਨੂੰ, ਕੰਨ ਦਿੱਤੇ ਨੇ ਸੁਣਨ ਨੂੰ, ਜੀਭਾ ਦਿੱਤੀ ਆ ਬੋਲਣ ਨੂੰ। ਬਹੁਤ ਹੀ ਸਾਰਾ ਬਲ ਦੇ ਕੇ ਇਹ ਸਰੀਰ ਸਾਨੂੰ ਦਿੱਤਾ ਪਰਮਾਤਮਾ ਨੇ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਵੀ ਪੰਕਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ। ਵੀ ਜੇ ਕੋਈ ਕਹੇ ਵੀ ਨਹੀਂ ਜੀ ਮੇਰੇ ਵਿੱਚ ਇੰਨੀ ਪਾਵਰ ਆ, ਭਲਵਾਨ ਕਹਿ ਸਕਦਾ ਮੈਂ ਇੰਨੇ ਬਲ ਦਾ ਮਾਲਕ ਆ, ਮੈਂ ਕੁਸ਼ਤੀਆਂ ਕਰ ਲੈਂਦਾ, ਜਾਂ ਬਹੁਤ ਵੱਡੇ ਵੱਡੇ ਯੋਧੇ ਸੂਰਮੇ ਹੋਏ ਨੇ, ਸਿੱਖ ਇਤਿਹਾਸ ਵਿੱਚ ਵੀ ਹੋਏ ਨੇ ਬਹੁਤ ਵੱਡੇ ਵੱਡੇ ਸੂਰਮੇ, ਸਿੰਘ ਸੂਰਮੇ, ਪਰ ਉਹਨਾਂ ਨੂੰ ਬਲ ਅਕਾਲ ਪੁਰਖ ਵਾਹਿਗੁਰੂ ਨੇ ਹੀ ਦਿੱਤਾ ਹੈ। ਪਾਵਰ ਜਿਹੜੀ ਮੇਨ ਪਾਵਰ ਆਪਾਂ ਕੱਲ੍ਹ ਗੱਲ ਕਰੀ ਸੀ, ਵੀ ਜੇ ਅਕਾਲ ਪੁਰਖ ਵਾਹਿਗੁਰੂ ਆਕਸੀਜਨ ਦੇ ਰਿਹਾ, ਸਰੀਰ ਨੂੰ ਤਪਸ਼ ਦੇ ਰਿਹਾ, 70% ਸਰੀਰ ਅੰਦਰ ਪਾਣੀ ਹੈ, ਤਾਂ ਇਹ ਪਾਵਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਬਖਸ਼ੀ ਹੋਈ ਹੈ। ਇਹ ਆਪਾਂ ਸਮਝਿਆ ਸੀ। ਇਸ ਕਾ ਬਲ ਨਾਹੀ ਇਸ ਹਾਥ, ਇਹ ਪੰਕਤੀ ਕਹਿੰਦੀ ਹੈ ਕਰਨ ਕਰਾਵਣ ਸਰਬ ਕੋ ਨਾਥ। ਇਸ ਜੀਵ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ ਹੈ। ਸਭ ਜੀਆਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਾਉਣ ਦੇ ਸਮਰੱਥ ਹੈ। ਅਗਲੀ ਪੰਕਤੀ ਮਹਾਰਾਜ ਕਹਿੰਦੇ ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ। ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਤੁਰਨ ਵਾਲਾ ਹੈ। ਆਪਣੇ ਆਪ ਨਹੀਂ ਤੁਰ ਸਕਦਾ, ਆਪਣੇ ਆਪ ਨਹੀਂ ਕੁਝ ਵੀ ਕਰ ਸਕਦਾ। ਜਿਵੇਂ ਹੁਣ ਆਪਾਂ ਗੱਲ ਕਰੀ ਹੈ ਵੀ ਬਲ, ਯੋਧੇ ਸੂਰਮੇ, ਭਲਵਾਨ, ਇਹ ਆਪਾਂ ਗੱਲ ਸਮਝ ਲਈ ਨਾ ਵੀ ਉਹ ਪ੍ਰਭੂ ਪਰਮਾਤਮਾ ਦੀ ਬਖਸ਼ੀ ਹੋਈ ਤਾਕਤ ਹੈ। ਆਕਸੀਜਨ ਆ ਰਹੀ ਹੈ, ਸਾਡਾ ਸਰੀਰ ਟੈਂਪਰੇਚਰ ਜਿੰਨਾ ਅਕਾਲ ਪੁਰਖ ਵਾਹਿਗੁਰੂ ਨੇ ਰੱਖਿਆ, ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਗਰਮੀ ਹੋਵੇ, ਟੈਂਪਰੇਚਰ ਓਨਾ ਹੀ ਰਹਿੰਦਾ 98 99। ਜੇ ਉਹ ਤੋਂ ਵੱਧਦਾ ਘਟਦਾ ਤਾਂ ਫਿਰ ਸਰੀਰ ਨੂੰ ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਇਸ ਪੰਕਤੀਆਂ ਵਿੱਚ ਇਹੀ ਸਮਝਾ ਰਹੇ ਨੇ ਸਤਿਗੁਰੂ, ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਤੁਰਨ ਵਾਲਾ ਹੈ। ਆਪਣੇ ਆਪ ਦੇ ਨਾ ਕੋਈ ਮਾਣ ਕਰੇ। ਜੋ ਤਿਸ ਭਾਵੈ ਸੋਈ ਫੁਨ ਥੀਓ, ਕਿਉਂਕਿ ਹੁੰਦਾ ਉਹੀ ਹੈ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ। ਕਬਹੂ ਊਚ ਨੀਚ ਮਹਿ ਵਸੈ, ਕਬੂ ਸੋਗ ਹਰਖ ਰੰਗ ਹਸੈ। ਪ੍ਰਭੂ ਆਪ ਕਦੇ ਉੱਚਿਆਂ ਵਿੱਚ ਕਦੇ ਨੀਵਿਆਂ ਵਿੱਚ ਪ੍ਰਗਟ ਹੋ ਰਿਹਾ ਹੈ। ਉੱਚੇ ਨੀਵੇਂ ਮਨੁੱਖਤਾ ਨੂੰ ਨਹੀਂ ਜੀ ਉੱਚੇ ਨੀਵੇਂ ਕਿਹਾ ਗੁਰੂ ਸਾਹਿਬ ਨੇ। ਮਾਨੁਖ ਕੀ ਜਾਤ ਏਕ ਪਛਾਣ ਦਾ ਚੈਪਟਰ ਹੈ ਇੱਥੇ। ਤਾਂ ਗੁਰੂ ਸਾਹਿਬ ਮਨੁੱਖਤਾ ਦੇ ਵਿੱਚ ਕੋਈ ਊਚ ਨੀਚ ਨਹੀਂ ਸਮਝਦੇ, ਮੰਨਦੇ ਨਹੀਂ। ਹਾਂ, ਇੱਕ ਪੰਕਤੀ ਹੈਗੀ ਆ ਜੋ ਆਪਾਂ ਪੜ੍ਹਦੇ ਨੇ, ਖਸਮ ਵਿਸਾਰੇ ਤੇ ਕਮਜਾਤ। ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਵਿਸਾਰਦਾ ਹੈ ਜੀਵ, ਉਹ ਕਮੀਨੀ ਜਾਤ ਵਾਲਾ ਹੈ। ਇਹ ਮਨੁੱਖ ਨੂੰ ਹੀ ਸਮਝਾਇਆ। ਬਾਕੀ ਸਤਿਗੁਰਾਂ ਨੇ
इथे दस्या भी प्रभु आप कदे उच्चियां विच कदे नीवियां विच प्रगट हो रहा है। वो कई जन्म भाई कीट पतंगा, कई जन्म जल मीन करंगा की गल कर लो भी, बरीक तो बरीक जीव ते बड़े तो बड़े आकार वाले जीवां दे विच आप ही प्रभु परमात्मा जोत टिकाउंदा है, तो वो जीव जीवन जींदे ने। कबू सोग हरख रंग हसे। महाराज कहते कदे चिंता विच है ते कदे खुशी की मौज विच हस रहा है। इत्थे ध्यान एक रखना जी, प्रभु परमात्मा के ध्यान विच। चैनल ते भी सुनने वाले भैन भरा ख्याल रखियो जी। कबू सोग हरख रंग रसे हसे, कदे चिंता विच है ते कदे खुशी की मौज विच हस रहा है। वो कुदरत रूप हो के ये वरतारा वरत रहा है। घट घट में हर जू बसे, संतन कहो पुकार। गुरु महाराज नूं अकाल पुरख वाहिगुरू सच्चे पातशाह नूं भगत प्यारिਆਂ ने यही दस्या गुरु साहबां तो ला के आपां नूं भी प्रभु परमात्मा कण कण विच वसदा ते आप ही कुदरत रूप हो के विचर रहा है। कबू निंद चिंद व्यवहार, कबू ऊब आकाश प्याल। कदे दूजिਆਂ ਦੀ निंदिया विचारन ਦਾ विहार बनाई बैठा है, कदे खुशी के कारण आकाश विच उच्चा चढ़ता है, कदे चिंता के कारण पताल विच डिग्गा है पिया है। कबू बेता ब्रह्म विचार, नानक आप मिलावनहार। महाराज कहते कदे आप ही रब्बी विचारदा महरम है। हे नानक जीवां नूं अपने विच मेलण वाला आप ही है। सब गोबिंद है, सब गोबिंद है, गोबिंद बिन नहीं कोई। वो अकाल पुरख वाहिगुरू तो बिना कोई भी थां खाली नहीं है। जिन्हों आप राम 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 कहने हैं ना, ये रमे होए तो भाव आ। शरीर वाले राम की गल नहीं जी, ये रमे होए तो भाव आ, कण कण विच वसदा जिहड़ा। अगे महाराज कहते ने कबू निरत करे बहु भात, कबू सोए रहे दिन रात। प्रभु जीवां विच व्यापक हो के कदे कई किस्मां दे नाच कर रहा है, कदे दिने रात सुता रहिंदा है। कबू महाक्रोध विकराल, कबू सर्प की हो तरवाल। कदे क्रोध विच आके बड़ा डराउणा लगदा है, कदे जीवां दे चरनां दी धूड़ बनिया रहिंदा है। ये कुदरत रूप हो के ये वरतारा वरत रहा जी। महाराज समझाउंदे ने कबू होए बहे बड़ राजा, कबू भिखारी नीच का साजा। कदे बड़ा राजा बन बैठता है, कदे एक नीवी जात दे मंगते का सांग बना रखा है सारिਆਂ ਵਿੱਚ ਉਹੀ सब गोबिंद है, सब गोबिंद है, गोबिंद बिन नहीं कोई। महाराज कहते कबू अपकीरत में आवे, कबहू भला भला कहावे। कदे अपनी बदनामी करा रहा है, कदे चंगा अखबा रहा है। ज्यों प्रभ राखे तिब ही रहे। जीव उस तरह जीवन बतीत करता है जिमें प्रभु कराउंदा है। गुर प्रसाद नानक सच कहे,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕੋਈ ਬਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ। ਕੁਝ ਕੁ ਅਧਿਕਾਰ ਦਿੱਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਨੂੰ, ਪਰ ਜੋ ਵਰਤਾਰਾ ਹੈ, ਵਰਤਾਰਾ ਸਭ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਜੋ ਵਰਤਾਰਾ ਵਰਤ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਵਰਤ ਰਿਹਾ। ਹਵਾ, ਪਾਣੀ, ਪੇੜ ਪੌਦੇ, ਜੀਵਾਂ ਦੀ ਉਤਪਤੀ, ਗੁਰਪ੍ਰਸਾਦ ਨਾਨਕ ਸੱਚ ਕਹੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਬਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ। ਕਬੂ ਹੋਏ ਪੰਡਤ ਕਰੇ ਬਖਾਨ, ਕਬੂ ਮੋਨ ਧਾਰੀ ਲਾਵੇ ਧਿਆਨ। ਮਹਾਰਾਜ ਕਹਿੰਦੇ, ਸਰਬ ਵਿਆਪੀ ਪ੍ਰਭੂ ਕਦੇ ਪੰਡਤ ਬਣ ਕੇ ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਹੈ, ਕਬੂ ਮੋਨ ਧਾਰੀ ਲਾਵੇ ਧਿਆਨ, ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ। ਮੇਨ ਧਿਆਨ ਉਹੀ ਰੱਖਣਾ ਵੀ ਤਾਕਤ ਪ੍ਰਭੂ ਪਰਮਾਤਮਾ ਦੀ ਹੈ ਸਭ ਵਿੱਚ। ਵਿਚਾਰ ਮਨੁੱਖ ਦੇ ਆਪੋ ਆਪਣੇ ਨੇ। ਕਿਸੇ ਦੇ ਵਿਚਾਰ ਮੂਰਤੀ ਪੂਜਣ ਦੇ ਆ, ਜਿਵੇਂ ਕਿ ਹੁਣ ਚੱਲ ਰਿਹਾ ਸੀ ਦੁਸਹਿਰੇ ਦੇ ਦਿਨ, ਵਿੱਚੋਂ ਗੱਲ ਆ ਗਈ ਚੱਲ ਮੂਰਤੀ ਪੂਜਾ ਤੋਂ, ਵੀ ਮੂਰਤੀਆਂ ਕੋਈ ਮਤਲਬ ਹੀ ਚਾਂਦੀ ਦੀਆਂ ਬਣਾ ਕੇ ਪੂਜਦਾ, ਕੋਈ ਸੋਨੇ ਦੀਆਂ ਬਣਾ ਕੇ ਪੂਜਦਾ, ਕੋਈ ਮਿੱਟੀ ਗੋਬਰ ਮਿੱਟੀ ਦੀਆਂ ਬਣਾ ਕੇ ਪੂਜ ਰਿਹਾ। ਇਹ ਵਿਚਾਰ ਆਪੋ ਆਪਣੇ ਆ ਮਨੁੱਖ ਦੇ। ਤੇ ਹਰ ਸਾਲ ਰਾਵਣ ਦੀ ਬੁਰਾਈ ਨੂੰ ਸਾੜਨ ਵਾਸਤੇ ਲੋਕ ਲੱਗੇ ਹੋਏ ਨੇ। ਦੁਸਹਿਰੇ ਵਾਲੇ ਦਿਨ ਦਸ਼ਰ ਦਾ ਪੁਤਲਾ ਬਣਾਇਆ ਜਾਂਦਾ ਰਾਵਣ ਦਾ, ਤੇ ਉਹਨੂੰ ਸਾੜਿਆ ਜਾਂਦਾ। ਬਈ ਇਹਨੇ ਇੱਕ ਬੁਰਾਈ ਕੀਤੀ ਆ, ਬੁਰਾਈ ਵੀ ਕੀਤੀ ਆ, ਤੇ ਉਹ ਚਲੋ ਵੱਖਰਾ ਚੈਪਟਰ, ਉਹਦੇ ਬਾਰੇ ਵੀ ਕਿਤੇ ਗੱਲ ਕਰ ਲਾਂਗੇ। ਤੇ ਇੱਥੇ ਸਤਿਗੁਰਾਂ ਨੇ ਸਾਨੂੰ ਕੀ ਸਿਖਾਇਆ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਦੇਗਾਂ ਵਿੱਚ ਬਾਲ ਕੇ ਤਸੀਹੇ ਦਿੱਤੇ ਗਏ, ਤੇ ਉਹਨਾਂ ਦੇ ਸਰੀਰ ਨੂੰ ਸਾੜਿਆ ਗਿਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਤੇ ਸਿੱਖ ਉਸ ਦਿਨ 'ਤੇ ਠੰਡਾ ਮਿੱਠਾ ਜਲ ਵਰਤਾਉਂਦੇ ਨੇ। ਦੇਖੋ ਫਰਕ ਕਿੰਨਾ। ਸਾਨੂੰ ਸਤਿਗੁਰੂ ਇਹ ਨਹੀਂ ਸਿਖਾਉਂਦੇ। ਸਰਬੱਤ ਦੇ ਭਲੇ ਦਾ, ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ ਸਤਿਗੁਰੂ। ਹਾਂ, ਵਿਚਾਰਾਂ ਪ੍ਰਤੀ ਸਾਡਾ ਭੇਦਭਾਵ ਹੋ ਸਕਦਾ, ਪਰ ਅਸੀਂ ਵੈਰ ਨਹੀਂ ਕਰਦੇ ਕਿਸੇ ਨਾਲ। ਗੁਰੂ ਮਹਾਰਾਜ ਨੇ ਇਹ ਸਿਖਾਇਆ ਵੀ ਸਾਡਾ ਵੈਰ ਨਹੀਂ ਕਿਸੇ ਨਾਲ, ਕਿਉਂਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਨੂੰ ਗੁਰੂ ਸਾਹਿਬ ਇਹ ਸਿਖਾਉਂਦੇ ਨੇ ਵੀ ਸਾਰਿਆਂ ਵਿੱਚ ਪ੍ਰਭੂ ਪਰਮਾਤਮਾ ਹੈ। ਮਹਾਰਾਜ ਕਹਿੰਦੇ, ਕਦੇ ਮੋਨ ਧਾਰੀ, ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ, ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ। ਕਬੂ ਤਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਸਿੱਧ ਸਾਧਕ ਮੁਖ ਗਿਆਨ। ਕਬੂ ਮਹਾਰਾਜ ਕਹਿੰਦੇ, ਕਦੇ ਸਿੱਧ ਤੇ ਸਾਧਕ ਦੇ ਰੂਪ ਵਿੱਚ ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ। ਅਗਲੇ ਬੰਦ 'ਚ ਮਹਾਰਾਜ ਦਾ ਨੇ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੇ ਭਰਮੀਆਂ। ਕਦੇ ਕੀੜੇ, ਹਾਥੀ, ਭੰਬਟ ਆਦਿਕ ਜੀਵ ਬਣਿਆ ਹੋਇਆ ਹੈ, ਅਤੇ ਆਪਣਾ ਹੀ ਭਵਾਇਆ ਹੋਇਆ ਕਈ ਜੂਨਾਂ ਵਿੱਚ ਭੌ ਰਿਹਾ ਹੈ। ਇੱਥੇ ਜੇ ਹੁਣ ਮਤਲਬ ਵੀ ਆਮ ਭਾਈ ਆਪਾਂ ਜੇ ਉੱਚੀ ਜੀ ਮੱਤ ਨਾਲ ਸਮਝਾਂਗੇ ਤਾਂ ਸਾਨੂੰ ਇਹਦੇ ਵਿੱਚੋਂ ਗਿਆਨ ਬਹੁਤ ਮਿਲਦਾ। ਜੇ ਭਾਈ ਮਤਲਬ ਇਹ ਕਹਿਣਾ ਵੀ ਇਹ ਕੀੜੇ ਪਤੰਗਿਆਂ ਦੇ ਵਿੱਚ ਰੱਬ ਨੂੰ ਦਿਖਾ ਰਹੇ ਨੇ, ਜਾਂ ਮੇਰੇ 'ਤੇ ਕੋਈ ਕੱਲ੍ਹ ਨੂੰ ਉਂਗਲ ਚੱਕ ਲਵੇ, ਲੈ
नहीं जी, ये महाराज ने ਆਪਾਂ ਜਿਹੜਾ ਮੇਨ ਮੁੱਦਾ ਸਮਝਣਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਣ ਕਣ ਵਿੱਚ ਵਸਦਾ ਹੈ, ਇਹ ਉਹ ਧਿਆਨ 'ਚ ਰੱਖਣਾ। ਬਾਕੀ ਆਪਾਂ ਦੂਜੀ ਗੱਲ ਵੀ ਕਰੀ ਆ ਵੀ ਮਨੁੱਖ ਦੀ ਆਪੋ ਆਪਣੀ ਬਿਰਤੀ ਹੈ, ਵਿਚਾਰ ਹੈ, ਵਿਚਾਰਾਂ ਪ੍ਰਤੀ ਮਨੁੱਖ ਵੱਖਰਾ ਵੱਖਰਾ ਹੈ। ਕਿਸੇ ਦੇ ਵਿਚਾਰ ਕਿਸ ਤਰ੍ਹਾਂ ਦੇ ਆ, ਜਿਵੇਂ ਹੁਣ ਆਪਾਂ ਗੱਲ ਕਰੀ ਸੀ ਵੀ ਕਿਸੇ ਦੇ ਵਿਚਾਰ ਮੂਰਤੀ ਪੂਜਣ ਦੇ ਆ, ਕਿਸੇ ਦੇ ਵਿਚਾਰ ਕਬਰ ਪੂਜਣ ਦੇ ਆ, ਤੇ ਪਰ ਜਿਹੜੇ ਗੁਰਮਤਿ ਦੇ ਵਿਚਾਰ ਆ ਉਹ ਪੂਜਾ ਕੀਤੇ ਨਾਮ ਧਿਆਈਏ ਬਿਨ ਨਾਵੇਂ ਪੂਜ ਨਾ ਹੋਏ। ਮਹਾਰਾਜ ਕਹਿੰਦੇ ਜੇ ਪੂਜਾ ਕਰਨੀ ਆ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਆ। ਤੇ ਕਰਨੀ ਕਿਵੇਂ ਆ? ਪ੍ਰਭੂ ਪਰਮਾਤਮਾ ਦਾ ਨਾਮ ਜਪਣਾ। ਹੋਰ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਉਪਰਾਲਾ ਜਾਂ ਢੰਗ ਨਹੀਂ ਅਪਣਾਉਣਾ ਚਾਹੀਦਾ। ਇੱਕੋ ਇੱਕ ਹੀ ਮਹਾਰਾਜ ਨੇ ਨਿਬੇੜਤੀ ਗੱਲ ਵੀ ਪੂਜਾ ਕੀਤੇ ਨਾਮ ਧਿਆਈਏ ਬਿਨ ਨਾਵੇਂ ਪੂਜ ਨਾ ਹੋਏ। ਪ੍ਰਭੂ ਪਰਮਾਤਮਾ ਦੀ ਪੂਜਾ ਕਰਨੀ ਆ। ਕਰਨੀ ਕਿਵੇਂ ਆ ਉਹ ਵੀ ਦੱਸਤਾ ਵੀ ਨਾਮ ਧਿਆਉਣਾ, ਹੋਰ ਕੁਛ ਨਹੀਂ ਕਰਨਾ। ਕੋਈ ਸੋਨੇ ਦੀ ਮੂਰਤੀ ਬਣਾ ਕੇ ਨਹੀਂ ਪੂਜਣਾ, ਕੋਈ ਚਾਂਦੀ ਦੀ ਮੂਰਤੀ ਬਣਾ ਕੇ ਨਹੀਂ ਪੂਜਣਾ, ਕੋਈ ਗੋਬਰ ਮਿੱਟੀ ਦੀ ਮੂਰਤੀ ਬਣਾ ਕੇ ਨਹੀਂ ਪੂਜਣਾ। ਬਸ ਇੱਕੋ ਇੱਕ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਜੇ ਪ੍ਰਤੱਖ ਇਸ ਪੰਜ ਭੂਤਕ ਸਰੀਰ ਵਿੱਚ ਦਰਸ਼ਨ ਕਰਨੇ ਆ ਤਾਂ ਖਾਲਸੇ ਦੇ ਦਰਸ਼ਨ ਕਰ ਲਓ ਮਹਾਰਾਜ ਕਹਿੰਦੇ। ਤੇ ਪਰਚਾ ਸ਼ਬਦ ਦਾ ਮਤਲਬ ਆ ਵੀ ਅਸੀਂ ਗਿਆਨ ਗੁਰਬਾਣੀ ਤੋਂ ਹੀ ਲੈਣਾ, ਗੁਰੂ ਦੇ ਸਿਧਾਂਤ 'ਤੇ ਹੀ ਚੱਲ ਕੇ ਜੀਵਨ ਬਸਰ ਕਰਨਾ। ਤੇ ਪੂਜਾ ਅਕਾਲ ਕੀ, ਪ੍ਰਭੂ ਪਰਮਾਤਮਾ ਦਾ ਨਾਮ ਜਪਣਾ। ਸਿੱਖਾਂ ਨੂੰ ਤਾਂ ਇਹ ਦਾਤ ਦਿੱਤੀ ਆ, ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਆ ਤੇ ਉਹ ਭਾਈ ਇਸ ਰਸਤੇ 'ਤੇ ਤੁਰਦੇ ਨੇ। ਜਿਹੜੇ ਕੁਝ ਦੁਬਦਾ ਵਿੱਚ ਆਪਣੇ ਆਪ ਨੂੰ ਸਿੱਖ ਵੀ ਅਖਵਾਉਂਦੇ ਨੇ ਤੇ ਉਹ ਕੰਮ ਵੀ ਕਰਦੇ ਨੇ ਮੂਰਤੀ ਪੂਜਾ ਵਾਲਾ ਜਾਂ ਕਬਰ ਪੂਜਾ ਵਾਲਾ, ਫਿਰ ਅਸੀਂ ਦੁਬਦਾ ਵਿੱਚ ਹਾਂ। ਫਿਰ ਸਤਿਗੁਰੂ ਕਹਿੰਦੇ ਦੁਬਦਾ ਵਿੱਚ ਬੈਰਾਗ ਨਾ ਹੋਵੀ, ਜਬ ਲਗ ਦੂਜੀ ਰਾਈ। ਮਹਾਰਾਜ ਕਹਿੰਦੇ ਰਾਈ ਦੇ ਦਾਣੇ ਜਿੰਨੇ ਵੀ ਛੋਟੇ ਮਨ ਦੇ ਵਿੱਚ ਖਿਆਲ ਆ, ਕੋਈ ਰਾਈ ਮਾਤਰ, ਰਾਈ ਦਾ ਦਾਣਾ ਜਿਹੜਾ ਬਿਲਕੁਲ ਬਰੀਕ ਹੁੰਦਾ ਜੀ, ਜੇ ਇੰਨਾ ਕੁ ਵੀ ਖਿਆਲ ਕਿਸੇ ਦੂਜੇ ਵਾਸਤੇ ਮਹਾਰਾਜ ਕਹਿੰਦੇ ਫਿਰ ਤੁਸੀਂ ਦੁਬਦਾ ਵਿੱਚ ਹਾਂ। ਦੁਬਦਾ ਵਿੱਚ ਬੈਰਾਗ ਨਾ ਹੋਈ, ਜਬ ਲਗ ਦੂਜੀ ਰਾਈ। ਫਿਰ ਗੁਰੂ ਮਹਾਰਾਜ ਨਾਲ ਪਿਆਰ ਨਹੀਂ ਪੈ ਸਕਦਾ ਜੇ ਰਾਈ ਮਾਤਰ ਵੀ ਕਿਸੇ ਦਾ ਦੂਜਾ ਖਿਆਲ ਆ ਆਪਣੇ ਮਨ ਵਿੱਚ, ਕਿਸੇ ਦੂਜੇ ਵਾਸਤੇ ਖਿਆਲ ਆ ਨਾ ਵੀ ਐਂ ਤਾਂ ਸਾਰਾ ਕੁਛ ਹੀ ਹੈਗਾ ਜੀ। ਜੇ ਰਾਈ ਮਾਤਰ ਵੀ ਖਿਆਲ ਹੈਗਾ, ਮਹਾਰਾਜ ਕਹਿੰਦੇ ਤੇਰਾ ਗੁਰੂ ਨਾਲ ਪਿਆਰ ਨਹੀਂ ਪੈ ਸਕਦਾ। ਅੱਗੇ ਮਹਾਰਾਜ ਦੱਸਦੇ ਨੇ ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੇ ਭਰਮੀਆਂ। ਇਹ ਆਪਾਂ ਪੰਕਤੀਆਂ ਦੋਨੇ ਸਮਝ ਲਈਆਂ ਜੀ ਗੁਰੂ ਤੋਂ। ਅੱਗੇ ਦੱਸਦੇ ਨੇ ਮਹਾਰਾਜ ਨਾਨਾ ਰੂਪ ਜਿਉ ਸੁਭਾਂਗੀ ਦਿਖਾਵੇ, ਜਿਉ ਪ੍ਰਭ ਭਾਵੇ ਤਿਵੇਂ ਨਚਾਵੇ। ਬਹੁ ਰੂਪੀਏ ਵਾਂਗ, ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ, ਕਈ ਤਰ੍ਹਾਂ ਦੇ, ਜਿਹਨੂੰ 84 ਦਾ ਗੇੜ ਕਹਿੰਦੇ ਆ, 84 ਲੱਖ ਜੂਨ ਕਹਿੰਦੇ ਆ ਜਿਹੜੇ, ਵੀ ਇਹ ਕਈ ਤਰ੍ਹਾਂ ਦੇ ਰੂਪ ਦਿਖਾ ਰਿਹਾ, ਕਣ ਕਣ ਵਿੱਚ ਵਸਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਇਹ ਪੰਕਤੀ ਧਿਆਨ 'ਚ ਰੱਖਿਓ ਵੀ ਪ੍ਰਭੂ ਪਰਮਾਤਮਾ ਸਾਰਿਆਂ ਵਿੱਚ ਵਿਆਪਕ ਹੋ ਕੇ ਵਿਚਰ ਰਿਹਾ ਸੰਸਾਰ 'ਤੇ। ਉਹਦਾ ਹੀ ਰੂਪ ਹੈ ਸਾਰਾ ਅਕਾਲ ਪੁਰਖ ਵਾਹਿਗੁਰੂ ਦਾ। ਵਿਚਾਰ ਵੱਖਰੇ ਵੱਖਰੇ, ਇਹ ਵੀ ਗੱਲ ਧਿਆਨ 'ਚ ਰੱਖਿਓ। ਮਹਾਰਾਜ ਕਹਿੰਦੇ ਨਾਨਾ ਰੂਪ ਜਿਉ ਸੁਭਾਂਗੀ ਦਿਖਾਵੇ, ਜਿਉ ਪ੍ਰਭ ਭਾਵੈ ਤਿਵੇਂ ਨਚਾਵੇ। ਬਹੁ ਰੂਪੀਏ ਵਾਂਗ, ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ। ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ ਜੀਵਾਂ ਨੂੰ ਨਚਾਉਂਦਾ ਹੈ। ਵਰਤ ਤਾਕਤ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਰਹੀ ਹੈ, ਵਰਤਾਰਾ ਉਹਦਾ ਆਪਦਾ ਹੀ ਹੈ। ਪਰ ਫਿਰ ਵੀ ਇੰਨੇ ਰੂਪ ਵਟਾਉਂਦਾ ਹੋਇਆ, ਕੁਦਰਤ ਦੇ ਵਿੱਚ ਵਿਚਰਦਾ ਹੋਇਆ, ਫਿਰ ਵੀ ਨਿਰਲੇਪ ਹੈ ਅਕਾਲ ਪੁਰਖ ਵਾਹਿਗੁਰੂ, ਫਿਰ ਵੀ ਕੁਦਰਤ ਤੋਂ ਨਿਰਲੇਪ ਹੈ। ਕੁਦਰਤ ਵਿੱਚ ਵਸ ਵੀ ਰਿਹਾ ਤੇ ਕੁਦਰਤ ਤੋਂ ਨਿਰਲੇਪ ਹੀ ਵੀ ਹੈ, ਵੱਖਰਾ। ਅੱਗੇ ਮਹਾਰਾਜ ਕਹਿੰਦੇ ਨੇ ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਗੁਰੂ ਨਾਨਕ ਸਾਹਿਬ ਕਹਿੰਦੇ ਉਹੀ ਹੁੰਦਾ ਹੈ ਜੋ ਉਸ ਮਾਲਕ ਨੂੰ ਚੰਗਾ ਲੱਗਦਾ ਹੈ।
ਜਿਹੜੇ ਜੀਵਾਂ ਨੂੰ ਜਨਮ ਦੇਣਾ ਉਹਦੇ ਹੁਕਮ ਅੰਦਰ ਹੋ ਰਿਹਾ। ਸਰੀਰ ਛੱਡ ਕੇ ਇਨਸਾਨ ਜਾ ਰਿਹਾ, ਜੀਵ ਜਾ ਰਹੇ ਨੇ ਸਰੀਰ ਨੂੰ ਛੱਡ ਕੇ, ਕੁਦਰਤ ਦੇ ਨਿਯਮ ਮੁਤਾਬਕ ਉਹ ਵੀ ਉਹਦੇ ਹੁਕਮ ਅੰਦਰ ਹੈ। ਮਰਨਾ ਜੰਮਣਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਉਹਦਾ ਭਾਣਾ ਹੀ ਵਰਤ ਰਿਹਾ, ਜਨਮ ਅਤੇ ਮਰਨ। ਮਹਾਰਾਜ ਕਹਿੰਦੇ ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਮਹਾਰਾਜ ਕਹਿੰਦੇ ਉਹੀ ਹੁੰਦਾ ਹੈ ਜੋ ਉਸ ਮਾਲਕ ਨੂੰ ਚੰਗਾ ਲੱਗਦਾ ਹੈ। ਉਸ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਪ੍ਰਭੂ ਪਰਮਾਤਮਾ ਦੇ ਬਰਾਬਰ ਦੀ ਕੋਈ ਹੋਰ ਹਸਤੀ ਨਹੀਂ ਹੈ। ਜਿਵੇਂ ਆਪਾਂ ਕਈ ਵਾਰੀ ਗੱਲ ਕਰੀ ਆ ਵੀ ਕੋਈ ਕਹਿੰਦਾ ਮੈਨੂੰ ਫਲਾਣੇ ਥਾਂ ਤੋਂ ਲਵੇਰੀਆਂ ਮਿਲ ਜਾਂਦੀਆਂ, ਕੋਈ ਕਹਿੰਦਾ ਫਲਾਣੇ ਥਾਂ ਤੋਂ ਮੈਨੂੰ ਲਾਲ ਮਿਲ ਜਾਂਦੇ ਨੇ। ਨਹੀਂ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਦੀ ਕੋਈ ਹੋਰ ਹਸਤੀ ਨਹੀਂ ਹੈ ਜਿਹੜੀ ਕੋਈ ਇਹ ਦਾਤਾਂ ਦੇਣ ਵਾਲੀ ਹੈ। ਸਾਰੀਆਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਹੀ ਬਖਸ਼ਿਸ਼ ਕਰਦਾ ਹੈ। ਮਨੁੱਖੇ ਜਨਮ ਦੀ ਦਾਤ ਵੀ ਉਹਨੇ ਦਿੱਤੀ ਹੈ, ਮਾਤਾ ਪਿਤਾ ਦੇ ਸੰਯੋਗ ਤੋਂ, 2 ਬੂੰਦਾਂ ਪਾਣੀ ਦੀਆਂ ਤੋਂ ਸੋਹਣਾ ਸੁੰਦਰ ਸਰੀਰ ਦਿੱਤਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ। ਇਹਦਾ ਪਾਲਣ ਪੋਸ਼ਣ ਵੀ ਉਹੀ ਕਰਦਾ ਹੈ। ਸੁੱਖ ਸਹੂਲਤਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਦੀਆਂ ਨੇ, ਮਿਲਦੀਆਂ ਤੇਰੇ ਕਰਮ ਮੁਤਾਬਕ ਹੈ। ਇੱਥੇ ਹੋਰ ਵੀ ਦੇਖਾਂਗੇ ਆਪਾਂ ਵੀ ਕਾਰੋਬਾਰ ਕੰਮ ਜਿਹਨੂੰ ਕਰਮ ਕਹਿੰਦੇ ਆ, ਕਰਮ ਸਾਰਿਆਂ ਦੇ ਇੱਕੋ ਜਿਹੇ ਨਹੀਂ ਹੈ। ਮਾੜੇ ਕਰਮਾਂ ਵਾਲਾ ਵੀ ਬਹੁਤ ਸਾਰੀਆਂ ਸੁੱਖ ਸਹੂਲਤਾਂ ਲੈ ਲੈਂਦਾ। ਇਹ ਵੱਖਰਾ ਚੈਪਟਰ ਆ, ਇਹਦੇ ਬਾਰੇ ਕੱਲ੍ਹ ਨੂੰ ਵਿਚਾਰ ਕਰ ਲਾਂਗੇ, ਹੁਣ ਟਾਈਮ ਆਉਣ ਵਾਲਾ। ਪਰ ਜਿਹੜਾ ਗੁਰੂ ਦਾ ਪਿਆਰਾ, ਗੁਰੂ ਦੇ ਹੁਕਮ ਵਿੱਚ ਨਾਮ ਬਾਣੀ ਨਾਲ ਜੁੜਿਆ ਹੋਇਆ, ਉਹ ਇਹੀ ਸਮਝਦਾ ਵੀ ਅਕਾਲ ਪੁਰਖ ਵਾਹਿਗੁਰੂ ਨੇ ਹੀ ਮੈਨੂੰ ਸਾਰੀਆਂ ਦਾਤਾਂ ਦਿੱਤੀਆਂ, ਦਿੱਤੀਆਂ ਵੀ ਉਹਨੇ ਹੀ ਹੈ। ਦਿੱਤੀਆਂ ਸਾਰੀਆਂ ਦਾਤਾਂ ਉਹਦੀਆਂ ਹੀ ਆ। ਪਰ ਮਨੁੱਖ ਕੋਈ ਚੰਗਾ ਮਾੜਾ ਕਰਮ ਕਰਕੇ ਕਹਿੰਦਾ ਮੈਂ ਕਰ ਲਿਆ ਜੀ, ਮੈਂ ਉਹ ਕਰਤਾ, ਮੈਂ ਆਹ ਬਣਾਤਾ, ਮੈਂ ਇੰਨੀ ਜ਼ਮੀਨ ਬਣਾਤੀ, ਮੇਰੀਆਂ ਕੋਠੀਆਂ ਬਣਾਤੀਆਂ, ਮੇਰੇ ਕੋਲ ਇੰਨੀਆਂ ਕਾਰਾਂ ਨੇ। ਪਰ ਮੇਨ ਪਾਵਰ ਜਿਹੜੀ ਆਪਾਂ ਦੱਸੀ ਸਮਝੀ ਆ ਪਹਿਲਾਂ ਗੁਰੂ ਤੋਂ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਵਰਤਾਰਾ ਸਾਰਾ ਉਹਦਾ ਹੀ ਵਰਤ ਰਿਹਾ। ਅਤੇ ਅੱਗੇ ਭਾਈ ਤੇਰੇ ਕਰਮਾਂ ਦਾ ਜਿਹੜਾ ਫਲ ਮਿਲਣਾ, ਉਹ ਫਿਰ ਜੈਸਾ ਬੀਜੇ ਸੋ ਲਾਉਣੇ, ਕਰਮਾਂ ਸੰਧਣਾ ਖੇਤ। ਜਿਹੋ ਜਿਹਾ ਬੀਜ ਬੀਜੇਗਾ ਭਾਈ ਉਹੋ ਜਿਹਾ ਵੱਢ ਲਏਗਾ। ਝੋਨਾ ਬੀਜਿਆ ਤਾਂ ਝੋਨਾ ਵੱਢੇਗਾ, ਜਿਹਨੇ ਮੱਕੀ ਬੀਜੀ ਉਹਨੇ ਮੱਕੀ ਵੱਢ ਲਈ। ਅਤੇ ਜਿਹੋ ਜਿਹਾ ਬੀਜ ਬੀਜੇਗਾ ਫਲ ਉਹੋ ਜਿਹਾ ਤੈਨੂੰ ਮਿਲੇਗਾ। ਇੱਕ ਵਾਰੀ ਅਕਾਲ ਪੁਰਖ ਵਾਹਿਗੁਰੂ ਨੇ ਤਰਸ ਕਰਕੇ ਤੈਨੂੰ ਮਨੁੱਖੇ ਜਨਮ ਦੀ ਦਾਤ ਦੇ ਕੇ ਅਤੇ ਸੁੱਖ ਸਹੂਲਤਾਂ ਵੀ ਦੇਤੀਆਂ। ਹੁਣ ਨਵੇੜਾ ਤੇਰੇ ਕਰਮਾਂ ਦਾ ਹੋਏਗਾ ਅੱਗੇ, ਕਿਉਂਕਿ ਫਾਈਲ ਇੱਕ ਤਿਆਰ ਹੋ ਰਹੀ ਹੈ। CCTV ਕੈਮਰਾ ਅਕਾਲ ਪੁਰਖ ਵਾਹਿਗੁਰੂ ਦਾ ਸਦਾ ਹੀ ਤੇਰੇ ਉੱਪਰ ਆ। ਮਨੁੱਖ ਤੇਰੇ ਉੱਪਰ CCTV ਕੈਮਰਾ ਅਕਾਲ ਪੁਰਖ ਵਾਹਿਗੁਰੂ ਦਾ ਸਦਾ ਹੀ ਤੇਰੇ ਉੱਪਰ ਆ। ਜਿੱਥੇ ਵੀ ਤੂੰ ਜਾਣਾ, ਜੋ ਵੀ ਤੂੰ ਕਰਦਾ, ਉਹਦੀ ਇੱਕ ਫਾਈਲ ਤਿਆਰ ਹੋ ਰਹੀ ਆ, ਪਿਕਚਰ ਬਣ ਰਹੀ ਆ, ਆਪਾਂ ਇਹ ਕਹਿ ਲਓ ਵੀਡੀਓ ਜਿਹਨੂੰ ਕਹਿੰਦੇ ਆ, ਵੀਡੀਓ ਬਣ ਰਹੀ ਆ। ਉਹ ਫਿਰ ਤੇਰੇ ਕਰਮਾਂ ਦਾ ਜਿਹੜਾ ਫਲ ਆ, ਜਿਹੋ ਜਿਹੀ ਤੈਨੂੰ ਫਿਰ ਤੇਰੀ ਸਜ਼ਾ ਬਣਦੀ ਆ, ਜਿਹੋ ਜਿਹੀ ਤੇਰੇ ਕਰਮਾਂ ਦੀ ਸਜ਼ਾ ਬਣਦੀ ਆ, ਤੈਨੂੰ ਸਜ਼ਾ ਮਿਲ ਜੂ। ਜਿਹੋ ਜਿਹੇ ਤੇਰੇ ਕਰਮਾਂ ਦਾ ਕੋਈ ਚੰਗਾ ਫਲ ਮਿਲਦਾ, ਉਹ ਚੰਗਾ ਫਲ ਮਿਲ ਜੂ। ਪਰ ਉਹਦੇ ਕੈਮਰੇ ਦੀ ਅੱਖ ਤੋਂ ਬਾਹਰ ਨਹੀਂ ਹੈ ਤੂੰ। ਜਿਹੜੇ ਦਰਬਾਰ ਸਾਹਿਬ ਵਿੱਚ ਕੈਮਰੇ ਲੱਗੇ ਆ ਜਾਂ ਦੁਕਾਨਾਂ ਵਿੱਚ ਲੱਗੇ, ਉਹ ਤਾਂ ਕੁਝ ਰੇਂਜ ਤੱਕ ਆ ਉਹਨਾਂ ਦੀ ਮਾਰ, ਜਾਂ ਕੁਝ ਜਾਂ ਗੇਟ ਤੋਂ ਬਾਹਰ ਤੱਕ ਕਹਿ ਲਓ। ਜਿਹੜੇ ਦਰਬਾਰ ਸਾਹਿਬ ਦੇ ਅੰਦਰ ਲੱਗੇ, ਦਰਬਾਰ ਸਾਹਿਬ ਦੇ ਅੰਦਰ ਅੰਦਰ ਆ। ਜਿਹੜੇ ਬਾਹਰ ਲੱਗੇ ਉਹਨਾਂ ਦੀ ਬਾਹਰ ਕੁਝ ਕੁ ਦੂਰੀ ਤੱਕ ਆ ਉਹਨਾਂ ਦੀ ਰੇਂਜ। ਅਕਾਲ ਪੁਰਖ ਵਾਹਿਗੁਰੂ ਦੇ CCTV ਕੈਮਰੇ ਦੀ ਰੇਂਜ ਬਹੁਤ ਜ਼ਿਆਦਾ ਆ, ਜਿਹੜਾ ਤੈਨੂੰ ਹਰ ਥਾਂ 'ਤੇ ਵੇਖ ਰਿਹਾ, ਹਰ ਥਾਂ 'ਤੇ ਤੇਰੀ ਵੀਡੀਓ ਬਣਾ ਰਿਹਾ। ਆਵਾਜ਼ ਆ ਜਾ, ਸਮਝ ਜਾ। ਜਿੰਨੇ ਕੁ ਸਵਾਸ ਬਚਦੇ ਆ ਓਨੇ ਕੁ ਲੇਖੇ ਵਿੱਚ ਲਾ ਲਾ ਗੁਰੂ ਦੇ। ਫਿਰ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ। ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਪਾਂ ਸ਼ਬਦ ਦੀ ਵਿਚਾਰ ਗੁਰੂ ਮਹਾਰਾਜ ਤੋਂ ਲਈ ਆ, ਕਿਉਂਕਿ ਮਨੁੱਖੀ ਮਨ ਹੈ, ਬਹੁਤ ਸਾਰੀਆਂ ਗਲਤੀਆਂ ਕਰ ਜਾਂਦਾ, ਭੁੱਲਾਂ ਵੀ ਹੋ ਜਾਂਦੀਆਂ ਨੇ। ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਭੁੱਲਾਂ ਕਰ ਜਾਂਦਾ ਇਨਸਾਨ, ਜਾਣੇ ਅਣਜਾਣੇ ਵਿੱਚ ਵੀ।
गुरु साहब माफ़ करन अगे वास्ते शुद्ध गुरबाणी उचारण की अखरी अर्थ भाव अर्थ समझ के प्रचारण की दात बख्शन जी। सो होइयां भुलां चुकां की माफ़ी गुरु ते गुरु की संगत बख्शन जोग आ जी। बुलाइए फतेह। वाहिगुरू जी का खालसा वाहिगुरू जी की फतेह। शुक्र है महाराज सच्चे पातशाह। कोट धन्यवाद। नमस्कार। वाहिगुरू जी का खालसा वाहिगुरू जी की फतेह।